ਇਹ ਆਕਾਸ਼ਵਾਣੀ ਜਲੰਧਰ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦੋਹਾ ਵਿੱਚ ਆਪਣੇ ਕਤਰ ਦੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਏ। ਵਪਾਰ, ਨਿਵੇਸ਼, ਊਰਜਾ ਅਤੇ ਵਿੱਤ ਖੇਤਰਾਂ ਵਿੱਚ ਦਵੱਲੇ ਸਹਿਯੋਗ ਦੇ ਵਿਸਥਾਰ ਬਾਰੇ ਚਰਚਾ ਹੋਈ ਏ। ਸਰਕਾਰ ਨੇ ਆਵਾਜਾਈ ਸੈਕਟਰ ਵਿੱਚ ਗ੍ਰੀਨ ਹਾਈਡਰੋਜਨ ਦੀ ਵਰਤੋਂ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਭਾਜਪਾ ਅਤੇ ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਏ ਤੇ ਮਰਦਾਂ ਦੇ ਹਾਕੀ ਪ੍ਰੋ ਲੀਗ ਵਿੱਚ ਭਾਰਤ ਸ਼ਾਮ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਆਸਟ੍ਰੇਲੀਆ ਖਿਲਾਫ ਖੇਡੇਗਾ। ਆਪਣੀ 2 ਦਿਨਾਂ UAE ਯਾਤਰਾ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਲਈ ਬੀਤੀ ਸ਼ਾਮ ਕਤਰ ਦੀ ਰਾਜਧਾਨੀ ਦੋਹਾ ਪਹੁੰਚੇ ਨੇ। ਦੋਹਾ ਵਿੱਚ ਸ੍ਰੀ ਮੋਦੀ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਦਵੱਲੀ ਮੀਟਿੰਗ ਕਰਨਗੇ। ਆਪਣੇ ਟਵੀਟਸ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਸ੍ਰੀ ਮੋਦੀ ਨੇ ਦੋਹਾ ਵਿੱਚ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨਾਲ ਇੱਕ ਉਸਾਰੂ ਮੀਟਿੰਗ ਕੀਤੀ। ਬੁਲਾਰੇ ਅਨੁਸਾਰ ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਊਰਜਾ ਅਤੇ ਮਾਲੀਏ ਸਮੇਤ ਹੋਰ ਖੇਤਰਾਂ ਵਿੱਚ ਦਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਹ ਵੀ ਲਿਖਿਆ ਕਿ ਉਨ੍ਹਾਂ ਦੀ ਕਤਰ ਦੇ ਪ੍ਰਧਾਨ ਮੰਤਰੀ ਨਾਲ ਸ਼ਾਨਦਾਰ ਮੁਲਾਕਾਤ ਹੋਈ ਅਤੇ ਉਨ੍ਹਾਂ ਦੀ ਚਰਚਾ ਭਾਰਤ ਕਤਰ ਦੋਸਤੀ ਨੂੰ ਵਧਾਉਣ ਦੇ ਤਰੀਕਿਆਂ ਦੇ ਆਲੇ ਦੁਆਲੇ ਰਹੀ। ਸ੍ਰੀ ਜੈਸਵਾਲ ਨੇ ਇਹ ਵੀ ਦੱਸਿਆ ਕਿ ਦੋਹਾਂ ਹਵਾਈ ਅੱਡੇ ਤੇ ਪਹੁੰਚਣ ਤੇ ਸ੍ਰੀ ਮੋਦੀ ਦਾ ਕਤਰ ਦੇ ਵਿਦੇਸ਼ ਰਾਜ ਮੰਤਰੀ ਸੁਲਤਾਨ ਬਿਨ ਸਾਦ ਅਲ ਮੁਰਾਈਕੀ ਨੇ ਸਵਾਗਤ ਕੀਤਾ। MEA ਦੇ ਬੁਲਾਰੇ ਨੇ ਅੱਗੇ ਕਿਹਾ ਕਿ ਦਵੱਲੇ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਕਤਰ ਦੀ ਲੀਡਰਸ਼ਿਪ ਨਾਲ ਵਿਆਪਕ ਗੱਲਬਾਤ ਦੀ ਯੋਜਨਾ ਏ। ਇਸ ਤੋਂ ਪਹਿਲਾਂ ਆਪਣੇ ਰਵਾਨਗੀ ਦੇ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਮਿਲਣ ਦੀ ਤਾਂਘ ਰੱਖਦੇ ਨੇ, ਜਿਨ੍ਹਾਂ ਦੀ ਅਗਵਾਈ ਵਿੱਚ ਕਤਰ ਵਿੱਚ ਬਹੁਤ ਜ਼ਿਆਦਾ ਵਿਕਾਸ ਤੇ ਤਬਦੀਲੀ ਆ ਰਹੀ ਏ। ਉਨ੍ਹਾਂ ਕਿਹਾ ਕਿ ਉਹ ਕਤਰ ਵਿੱਚ ਹੋਰ ਪਤਵੰਤਿਆਂ ਨੂੰ ਮਿਲਣ ਦੀ ਵੀ ਉਮੀਦ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਅਤੇ ਕਤਰ ਇਤਿਹਾਸਕ ਤੌਰ ਤੇ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਰੱਖਦੇ ਨੇ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਉੱਚ ਪੱਧਰੀ ਰਾਜਨੀਤਿਕ ਵਟਾਂਦਰਿਆਂ, ਦੋਵਾਂ ਦੇਸ਼ਾਂ ਦਰਮਿਆਨ ਵਧਦੇ ਵਪਾਰ ਅਤੇ ਨਿਵੇਸ਼, ਊਰਜਾ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸੱਭਿਆਚਾਰ ਤੇ ਸਿੱਖਿਆ ਵਿੱਚ ਸਹਿਯੋਗ ਸਮੇਤ ਸਾਰੇ ਖੇਤਰਾਂ ਵਿੱਚ ਬਹੁਪੱਖੀ ਸਬੰਧਾਂ ਨੂੰ ਲਗਾਤਾਰ ਡੂੰਘਾ ਕਰਨਾ ਜਾਰੀ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਹਾ ਵਿੱਚ 8 ਲੱਖ ਤੋਂ ਵੱਧ ਮਜ਼ਬੂਤ ਭਾਰਤੀ ਭਾਈਚਾਰੇ ਦੀ ਮੌਜੂਦਗੀ ਭਾਰਤ ਕਤਰ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਮਜ਼ਬੂਤ ਸਬੰਧਾਂ ਦਾ ਪ੍ਰਮਾਣ ਏ। ਸਰਕਾਰ ਨੇ ਆਵਾਜਾਈ ਸੈਕਟਰ ਵਿੱਚ ਚੁਗਿਰਦੇ ਪੱਖੀ ਜਾਂ ਗ੍ਰੀਨ ਹਾਈਡਰੋਜਨ ਦੀ ਵਰਤੋਂ ਕਰਨ ਲਈ ਅਜ਼ਮਾਇਸ਼ੀ ਪ੍ਰੋਜੈਕਟ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਤਹਿਤ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰੋਲਾਈਜ਼ਰਾਂ ਦੀਆਂ ਘਟਦੀਆਂ ਕੀਮਤਾਂ ਦੇ ਨਾਲ ਇਹ ਉਮੀਦ ਕੀਤੀ ਜਾਂਦੀ ਏ ਕਿ ਅਗਲੇ ਕੁਝ ਸਾਲਾਂ ਵਿੱਚ ਗ੍ਰੀਨ ਹਾਈਡਰੋਜਨ ਤੇ ਆਧਾਰਿਤ ਵਾਹਨ ਲਾਗਤ ਪੱਖੋਂ ਮੁਕਾਬਲੇਬਾਜ਼ੀ ਵਾਲੇ ਤੇ ਵਧੇਰੇ ਕਿਫਾਇਤੀ ਬਣ ਸਕਦੇ ਨੇ। ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਤਹਿਤ ਹੋਰ ਪਹਿਲਕਦਮੀਆਂ ਦੇ ਨਾਲ ਮੰਤਰਾਲਾ ਆਵਾਜਾਈ ਸੈਕਟਰ ਵਿੱਚ ਜੈਵਿਕ ਇੰਧਣ ਨੂੰ ਗ੍ਰੀਨ ਹਾਈਡਰੋਜਨ ਅਤੇ ਇਸ ਦੇ ਡੈਰੀਵੇਟਿਵਜ਼ ਨਾਲ ਬਦਲਣ ਲਈ ਅਜ਼ਮਾਇਸ਼ੀ ਪ੍ਰੋਜੈਕਟ ਸ਼ੁਰੂ ਕਰੇਗਾ। ਭਾਜਪਾ ਅਤੇ ਕਾਂਗਰਸ ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਏ। ਕਾਂਗਰਸ ਨੇ ਰਾਜ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਏ। ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਰਾਜਸਥਾਨ ਤੋਂ ਪਾਰਟੀ ਉਮੀਦਵਾਰ ਨੇ, ਜਦਕਿ ਅਭਿਸ਼ੇਕ ਮਨੂ ਸਿੰਘਵੀ ਨੂੰ ਹਿਮਾਚਲ ਪ੍ਰਦੇਸ਼ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਕਰਨਾਟਕਾ ਤੋਂ ਅਜੇ ਮਾਕਨ ਅਤੇ ਤੇਲੰਗਾਨਾ ਤੋਂ ਰੇਣੂਕਾ ਚੌਧਰੀ ਨੂੰ ਉਮੀਦਵਾਰ ਬਣਾਇਆ ਏ। ਭਾਜਪਾ ਨੇ ਰਾਜਸਥਾਨ ਤੋਂ ਮਦਨ ਰਾਠੌਰ ਅਤੇ ਚੁੰਨੀ ਲਾਲ ਗਰਾਸੀਆ ਨੂੰ ਉਮੀਦਵਾਰ ਐਲਾਨਿਆ। ਪਾਰਟੀ ਨੇ ਮਹਾਰਾਸ਼ਟਰ ਤੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਉਣ ਵਾਲੇ ਉੱਘੇ ਸਿਆਸਤਦਾਨ ਅਸ਼ੋਕ ਚਵਾਨ ਨੂੰ ਵੀ ਨਾਮਜ਼ਦ ਕੀਤਾ ਏ। ਮੱਧ ਪ੍ਰਦੇਸ਼ ਤੋਂ ਭਾਜਪਾ ਨੇ ਡਾ. ਐਲ. ਮੁਰੂਗਨ, ਉਮੇਸ਼ ਨਾਥ ਮਹਾਰਾਜ, ਮਾਇਆ ਨਰੋਲੀਆ ਅਤੇ ਬੰਸੀ ਲਾਲ ਗੁਰਜਰ ਨੂੰ ਰਾਜ ਸਭਾ ਉਮੀਦਵਾਰ ਬਣਾਇਆ ਏ, ਜਦੋਂ ਕਿ ਉਡੀਸ਼ਾ ਤੋਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਖੇਮੇ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਨੂੰ ਮਹਾਰਾਸ਼ਟਰ ਤੋਂ ਆਪਣਾ ਉਮੀਦਵਾਰ ਬਣਾਇਆ ਏ। ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਵੋਟਾਂ ਇਸ ਮਹੀਨੇ ਦੀ 27 ਤਰੀਕ ਨੂੰ ਪੈਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਦੁਹਰਾਇਆ ਕਿ ਸਰਕਾਰ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਏ। ਕੱਲ੍ਹ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਮੁੰਡਾ ਨੇ ਕਿਸਾਨ ਯੂਨੀਅਨ ਨੂੰ ਗੱਲਬਾਤ ਲਈ ਮਾਹੌਲ ਬਣਾਈ ਰੱਖਣ ਅਤੇ ਸਹਿਯੋਗ ਤੇ ਗੱਲਬਾਤ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
उन्होंने किसान यूनियन ਨੂੰ अपील की कि ਉਹ ਜਨਤਕ ਜੀਵਨ ਵਿੱਚ ਅੜਚਨ ਨਾ ਪੈਦਾ ਕਰਨ ਕਿਉਂਕਿ ਇਸ ਨਾਲ ਮਸਲਾ ਹੋਰ ਗੁੰਝਲਦਾਰ ਹੋ ਜਾਏਗਾ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨਿਕ ਕਿਸਮ ਦੇ ਸਾਰੇ ਕੰਮ ਤੇਜ਼ੀ ਨਾਲ ਕੀਤੇ ਜਾਣਗੇ। ਇਸ ਦੌਰਾਨ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਕਈ ਫੈਸਲੇ ਲੈਂਦਿਆਂ ਖੇਤੀ ਬਜਟ ਵਿੱਚ 5 ਗੁਣਾ ਤੱਕ ਵਾਧਾ ਕੀਤਾ ਹੈ ਤੇ ਖੇਤੀ ਆਧਾਰਿਤ ਬੁਨਿਆਦੀ ਸਹੂਲਤ ਲਈ ਨਿਵੇਸ਼ ਵਿੱਚ ਵੀ ਵੱਡੇ ਪੱਧਰ ਤੇ ਵਾਧਾ ਹੋਇਆ ਹੈ। ਵੇਰਵੇ ਨਾਲ ਇਹ ਰਿਪੋਰਟ। ਦੇਸ਼ ਭਰ ਵਿੱਚ ਕਿਸਾਨਾਂ ਦੀ ਹਰ ਜ਼ਰੂਰਤ ਪੂਰੀ ਕਰਨ ਲਈ ਪੀਐਮ ਕਿਸਾਨ ਸਮਰਿੱਧੀ ਕੇਂਦਰ ਸਥਾਪਿਤ ਕਰਕੇ ਖਾਦ ਉਤਪਾਦਨ ਤੇ ਸਬਸਿਡੀ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ। ਨਿੰਮ ਕੋਟਡ ਯੂਰੀਆ ਦੀ ਉਪਲਬਧਤਾ ਵਧੀ ਹੈ ਅਤੇ ਹੁਣ ਯੂਰੀਆ ਕਿਤੇ ਹੋਰ ਨਹੀਂ ਜਾਂਦਾ ਬਲਕਿ ਸਿੱਧਾ ਕਿਸਾਨ ਦੇ ਕੋਲ ਹੀ ਪਹੁੰਚਦਾ ਹੈ। ਪੀਐਮ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਨੇ ਅਤੇ ਹੁਣ ਤੱਕ 2.8 ਲੱਖ ਕਰੋੜ ਰੁਪਏ ਦੀ ਸਨਮਾਨ ਨਿਧੀ ਵੰਡੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਕਿਸਾਨ ਮਾਣ ਧਨ ਯੋਜਨਾ ਨਾਲ ਕਿਸਾਨਾਂ ਨੂੰ ਬੁਢਾਪੇ ਵਿੱਚ ਸਮਾਜਿਕ ਸੁਰੱਖਿਆ ਮਿਲਣਾ ਯਕੀਨੀ ਬਣਿਆ ਹੈ, ਜਦਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਫਸਲ ਨੁਕਸਾਨ ਕਵਰ ਦਾ ਘੇਰਾ ਵਧਿਆ ਹੈ ਅਤੇ 1.54 ਲੱਖ ਕਰੋੜ ਰੁਪਏ ਦੀ ਬੀਮਾ ਰਕਮ ਦਿੱਤੀ ਗਈ ਹੈ। ਤਕਨੀਕ ਦੀ ਵਰਤੋਂ ਨਾਲ ਬੀਮੇ ਪਾਸ ਹੋਣ ਦੀ ਰਫ਼ਤਾਰ ਵੀ ਤੇਜ਼ ਹੋ ਗਈ ਹੈ। ਇਸ ਵੇਲੇ ਦੇਸ਼ ਭਰ ਵਿੱਚ 1399 ਮੰਡੀਆਂ ਨਾਮ ਤੇ ਰਜਿਸਟਰਡ ਨੇ, ਜਿਸ ਨਾਲ ਕਰੋੜਾਂ ਕਿਸਾਨ ਆਪਣੀ ਫਸਲ ਮਨਪਸੰਦ ਮੰਡੀ 'ਚ ਆਨਲਾਈਨ ਵੇਚ ਰਹੇ ਨੇ। ਇਸ ਦੌਰਾਨ 22 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਵਿੱਚ ਇਤਿਹਾਸਿਕ ਵਾਧਾ ਕੀਤਾ ਗਿਆ ਹੈ ਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲਾਗਤ ਮੁੱਲ ਤੇ ਘੱਟੋ ਘੱਟ 50% ਰਿਟਰਨ ਦੀ ਗਾਰੰਟੀ ਨੂੰ ਪੱਕਾ ਕਰਦਿਆਂ 22 ਫਸਲਾਂ ਦੀ MSP ਵਧਾਈ ਗਈ ਹੈ। ਨਮੋ ਡਰੋਨ ਦੀਦੀ ਯੋਜਨਾ ਨਾਲ ਡਰੋਨ ਦੀ ਖਰੀਦਦਾਰੀ ਤੇ 80% ਰਾਹਤ ਦਿੱਤੀ ਗਈ ਹੈ ਅਤੇ ਸਥਾਨਕ ਖੇਤੀ ਸਪਲਾਈ ਲੜੀ ਵਿੱਚ ਔਰਤਾਂ ਦੀ ਸਾਂਝੇਦਾਰੀ ਵਧਾਈ ਗਈ ਹੈ। ਅੰਨਦਾਤਿਆਂ ਦਾ ਸਨਮਾਨ ਕਰਦਿਆਂ ਕਿਸਾਨ ਪੁੱਤਰ ਚੌਧਰੀ ਚਰਨ ਸਿੰਘ ਅਤੇ ਹਰੇ ਇਨਕਲਾਬ ਦੇ ਪ੍ਰੇਰਕ ਡਾਕਟਰ ਸਵਾਮੀਨਾਥਨ ਨੂੰ ਭਾਰਤ ਰਤਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਅਤੇ ਕਿਸਾਨਾਂ ਤੋਂ ਕਣਕ, ਝੋਨੇ ਤੇ ਕਪਾਹ ਦੀ ਖਰੀਦ 100% ਪੈਸੇ ਦੇ ਕੇ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। इधर नीति आयोग के मैंबर प्रोफैसर रमेश चंद ने कहा कि पिछले 10 साल दौरान खेतीबाड़ी खेतर में छोटिया छोटिया चीज़ों नाल नजिठण की बजाय एक व्यापक पहुंच शुरू की गई है, जिस नाल किसानां नूं बुनियादी ढांचा, सबसिडी ते होर सिद्धे फायदे मिले ने। आकाशवाणी ते स्पॉटलाइट प्रोग्राम विच उन्होंने कहा कि छोटे अते सीमांत किसानां नूं प्रधानमंत्री किसान सन्मान निधि योजना ते MSP तो भावनात्मक अते माली सहायता मिली है। The growth rate of agriculture in last 10 years has approached 4% per year, which is unprecedented, which never happened. And this is the highest growth in the world. No country had 4% growth rate in agriculture for last 10 years. There has been special focus on small and marginal farmer, like this PM Kisan Nidhi. Whether you own 1 acre of land or 20 acre of land, you are given same support. That speaks of that to make number of farmer as a basis for giving this support rather than making area as a basis for giving support. Speak of the concern for the farmer that 1 acre farmer will also get 6,000 rupee, 20 acre farmer will also get 6,000 rupee. So this in a way I would say that paying attention to equity. केंद्रीय सैकेंडरी सिक्ख्या बोर्ड CBSE ने अज तो शुरू होने वाले बोर्ड परीक्षावां विच शामिल होने वाले 10वीं ते 12वीं जमात के विद्यार्थियों लिए ट्रैफिक विघन के कारण सवेरे 10 बजे तक अपने परीक्षा केंद्रां विच पहुंचण लई सलाह जारी कीती है। परीक्षावां सवेरे 10:30 बजे शुरू होणीआं ने। अपनी सलाह विच बोर्ड ने विद्यार्थियों नूं जल्दी तो जल्दी घरों निकलण अते अपने परीक्षा केंद्रां ते समय सिर पहुंचण लई मैट्रो सेवावां दी वरतों करन लई किहा है। इस दौरान किसानां दे मुजाहरे कारण ट्रैफिक जाम के मद्देनजर दिल्ली ट्रैफिक पुलिस ने कल एक सलाह जारी की सी। इस विच कहा गया कि राष्ट्रीय शाहरा नंबर 44 ते सिंघू बॉर्डर आवाजाई लई पहुंच योग नहीं है। हरियाणा, पंजाब, हिमाचल प्रदेश लिए अंतरराजी बसां ते HGV वपारक ट्रकां नूं मजनू का टीला विखे आउटर रिंग रोड ते डायवर्शन लैण लई कहा गया है। मर्दां दे हॉकी प्रो लीग विच भारत दा सामना जोडीशा दे भुवनेश्वर विखे कलिंगा हॉकी स्टेडियम विच आस्ट्रेलिया नाल होएगा। मैच भारतीय समय अनुसार शाम 7:30 बजे शुरू होएगा। बैडमिंटन विच टीम चैंपीयनशिप 2024 विच भारत दी मर्दां दी टीम अज मलेशिया दे सेलांगोर विच चीन खिलाफ खेडेगी। मैच भारतीय समय अनुसार सवेरे 10:30 बजे शुरू होएगा। आखिर विच इस बुलेटिन दियां खास खबरां एक बार फिर।
ਪ੍ਰਧਾਨ ਮੰਤਰੀ ਮੋਦੀ ਨੇ ਦੋਹਾ ਵਿੱਚ ਆਪਣੇ ਕਦਰ ਦੇ ਹਮਰੁਤਮਾ ਨਾਲ ਮੁਲਾਕਾਤ ਕੀਤੀ ਹੈ। ਵਪਾਰ, ਨਿਵੇਸ਼, ਊਰਜਾ ਅਤੇ ਵਿੱਤ ਖੇਤਰਾਂ ਵਿੱਚ ਦਵੱਲੇ ਸਹਿਯੋਗ ਦੇ ਵਿਸਥਾਰ ਬਾਰੇ ਚਰਚਾ ਹੋਈ ਹੈ। ਸਰਕਾਰ ਨੇ ਆਵਾਜਾਈ ਸੈਕਟਰ ਵਿੱਚ ਗ੍ਰੀਨ ਹਾਈਡਰੋਜਨ ਦੀ ਵਰਤੋਂ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਭਾਜਪਾ ਅਤੇ ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ।